ਜਿਹੜੇ ਬੰਦੇ ਇਹ ਸਮਝਦੇ ਆ ਕਿ ਅਸੀਂ ਅੰਮ੍ਰਿਤ ਵੇਲੇ ਉੱਠੇ ਨਹੀਂ ਗੇ, ਅਸਰ ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਕੀਤਾ, ਅਸੀਂ ਗੁਰਬਾਣੀ ਨਹੀਂ ਪੜ੍ਹਨੀ ਹੈ, 7 ਵੱਜ ਗਏ ਆ 8 ਵੱਜ ਗਏ ਹੁਣ ਨਹੀਂ ਪੜ੍ਹਨੀ। ਭਾਈ ਗੁਰਮੁਖ ਪਿਆਰਿਓ, ਮੈਨੂੰ ਇਹ ਦੱਸੋ ਬਈ ਅੱਗ ਦੇ ਕੋਲੇ ਜਾਈਏ, ਅਸੀਂ 6 ਵਜੇ ਚਲੇ ਜਾਈਏ ਤਾਂ ਕੀ ਅੱਗ ਸਾਨੂੰ ਸੇਕ ਨਹੀਂ ਦੇਗੀ? ਜੇ 12 ਵਜੇ ਚਲੇ ਜਾਈਏ ਤਾਂ ਕੀ ਅੱਗ ਸਾਨੂੰ ਸੇਕ ਨਹੀਂ ਦੇਗੀ? ਕਿ ਬਰਫ਼ ਕੋਲੇ ਚਲੇ ਜਾਈਏ ਅਸੀਂ ਰਾਤ ਦੇ 10 ਵਜੇ, ਕੀ ਸਾਨੂੰ ਬਰਫ਼ ਠੰਡਕ ਨਹੀਂ ਦੇਗੀ? 6 ਵਜੇ ਚਲੇ ਜਾਈਏ ਤਾਂ ਕੀ ਠੰਡਕ ਨਹੀਂ ਦੇਗੀ? ਇਹੀ ਗੁਣ ਗੁਰਬਾਣੀ ਦਾ ਹੈ। ਗੁਰਬਾਣੀ ਦਾ ਕੰਮ ਹੈ ਸਾਡੀ ਰੂਹ ਨੂੰ ਰਸਤਾ ਦੱਸ ਕੇ ਪਰਮਾਤਮਾ ਦੇ ਨਾਮ ਦੁਆਰਾ ਪਰਮਾਤਮਾ ਨਾਲ ਜੋੜਨਾ। ਜਿਹੜੇ ਬੰਦੇ ਇਹ ਬਹਾਨੇ ਕੱਢਦੇ ਆ ਕਿ ਜੀ ਸਾਡਾ ਟਾਈਮ ਹੋ ਗਿਆ ਜੀ, ਹੁਣ ਤਾਂ ਧੁੱਪਾਂ ਚੜ੍ਹ ਗਈਆਂ ਜੀ, ਹੁਣ ਤਾਂ ਅਸੀਂ ਗੁਰਬਾਣੀ ਨਹੀਂ ਪੜ੍ਹਨੀ, ਭਾਈ ਉਹਨਾਂ ਵਾਸਤੇ ਇਹ ਜ਼ਰੂਰੀ ਹੈ ਕਿ ਗੁਰਬਾਣੀ ਇੱਕ ਐਸੀ ਅਜਰ ਅਮਰ ਵਸਤੂ ਹੈ ਜਿਹੜੀ ਇਹ ਰੂਹ ਵਾਸਤੇ ਇੱਕ ਖੁਰਾਕ ਹੈ, ਇੱਕ ਭੋਜਨ ਹੈ। ਚਾਹੇ ਉਹ ਤੁਸੀਂ ਭੋਜਨ 6 ਵਜੇ ਕਰ ਲਿਆ, ਚਾਹੇ ਤੁਸੀਂ 3 ਵਜੇ ਕਰ ਲਿਆ, ਅਤੇ ਚਾਹੇ ਸਵੇਰ ਦੇ 8 ਵਜੇ ਕਰ ਲਿਆ, 10 ਵਜੇ ਕਰ ਲਿਆ, ਅਤੇ ਕੋਈ ਫਰਕ ਨਹੀਂ ਪੈਂਦਾ। ਭੋਜਨ ਤਾਂ ਕੀਤਾ ਜਿਹੜਾ ਉਹ ਸਾਨੂੰ ਤ੍ਰਿਪਤੀ ਦੇਗਾ ਹੀ ਦੇਗਾ, ਉਹ ਸਾਡੇ ਅੰਦਰ ਰਸ ਬਣਾਏਗਾ ਹੀ ਬਣਾਏਗਾ, ਸਾਡੇ ਅੰਦਰ ਆਨੰਦ ਬਣੇਗਾ ਪਰਮਾਤਮਾ ਦੇ ਨਾਮ ਦਾ, ਔਰ ਪਰਮਾਤਮਾ ਸਾਨੂੰ ਦਰਸ਼ਦਾਰੇ ਦੇਣੇ ਸ਼ੁਰੂ ਕਰ ਦੇਗਾ। ਭਾਈ ਇਹ ਬਹਾਨੇ ਕੱਢਣ ਦੀ ਲੋੜ ਨਹੀਂ ਹੈ। ਗੁਰਬਾਣੀ ਚਾਹੇ ਕੁਛ ਵੀ ਹੈ, ਤੁਸੀਂ ਕੁਛ ਵੀ ਹੋ, ਤੁਸੀਂ ਔਖੇ ਹੋ, ਤੁਸੀਂ ਸੌਖੇ ਹੋ, ਦੁੱਖ ਦੇ ਵਿੱਚੋਂ ਸੁੱਖ ਦੇ ਵਿੱਚੋਂ, ਗੁਰਬਾਣੀ ਨੂੰ ਆਪਣੇ ਅੰਗ ਸੰਗ ਰਹਿ ਕੇ ਗੁਰਬਾਣੀ ਦਾ ਪਾਠ ਕਰੋ, ਗੁਰਬਾਣੀ ਦੀ ਸ਼ਰਨ ਲਓ, ਗੁਰਬਾਣੀ ਦਾ ਵਿਚਾਰ ਕਰੋ, ਗੁਰਬਾਣੀ ਨੂੰ ਪੜ੍ਹੋ, ਹੋ ਸਕੇ ਰੱਟੇ ਨਾ ਲਾਓ, ਵਿਚਾਰ ਕਰੋ, ਵਿਚਾਰ ਕਰਕੇ ਹਿਰਦੇ 'ਚ ਵਸਾਓ, ਕੰਠ 'ਚ ਵਸਾਓ, ਸੁਰਤੀ 'ਚ ਵਸਾਓ, ਤਾਂ ਕਿ ਤੁਹਾਡੀ ਸੁਰਤੀ ਦੇ ਵਿੱਚ ਹਮੇਸ਼ਾ ਹੀ ਅੰਗ ਸੰਗ ਪਰਮਪਿਤਾ ਪਰਮਾਤਮਾ ਬਣਿਆ ਰਹੇ, ਔਰ ਤੁਹਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਵੇ। ਜਦੋਂ ਤੁਹਾਡੇ ਹਿਰਦੇ 'ਚ ਪਰਮਾਤਮਾ ਦਾ ਵਾਸਾ ਹੋ ਗਿਆ, ਤੁਹਾਡੇ ਅੰਦਰ ਹਿਰਦੇ ਦੇ ਵਿੱਚ ਨਾਮ ਰਸਣ ਲੱਗ ਗਿਆ, ਬਸਣ ਲੱਗ ਗਿਆ, ਜਪਾ ਜਪ ਚੱਲਣਾ ਸ਼ੁਰੂ ਹੋ ਗਿਆ, ਸਿਮਰ ਸ਼ੁਰੂ ਹੋ ਗਿਆ, ਉਦੋਂ ਤੁਹਾਡਾ ਹਿਰਦਾ ਜਿਹੜਾ ਨਿਰਮਲ ਹੋ ਜਾਏਗਾ। ਔਰ ਜਦੋਂ ਨਿਰਮਲ ਹੋ ਜਾਏਗਾ, ਇਹ ਨਿਰਮਲ ਰੂਹ ਹੀ ਪਰਮਾਤਮਾ ਦਾ ਅੰਸ਼ ਹੈ, ਔਰ ਇਹ ਨਿਰਮਲ ਰੂਹ ਜਾ ਕੇ ਉਸ ਪਰਮਪਿਤਾ ਪਰਮਾਤਮਾ ਦੀ ਜੋਤ ਰੂਪ ਸਰੂਪ ਨਾਲ ਜਿਹੜੀ ਹੈ ਉਹ ਮਿਲ ਜਾਂਦੀ ਹੈ, ਕਿਉਂਕਿ ਨਿਰਮਲ ਜੋਤ ਹੀ ਨਿਰਮਲ ਪਰਮਾਤਮਾ ਨਾਲ ਮਿਲ ਸਕਦੀ ਹੈ। ਵਰਨਾ ਜਦੋਂ ਸਾਡੀ ਜੋਤ ਦੇ ਵਿੱਚ ਸੰਸਾਰ ਦੇ ਖੇਲ ਹੁੰਦੇ ਆ, ਸੰਸਾਰ ਦੀ ਮਾਇਆ ਹੁੰਦੀ ਹੈ, ਸੰਸਾਰ ਦੇ ਦੋਸ਼, ਧੋਖੇ, ਠੱਗੀਆਂ, ਨਿੰਦਿਆ, ਚੁਗਲੀ, ਕਾਮ, ਵਾਸਨਾ, ਮੋਹ, ਲੋਭ, ਹੰਕਾਰ, ਪੁੱਤਰਾਂ ਧੀਆਂ ਦਾ ਕੁਟੰਬ ਦਾ ਪਿਆਰ, ਇਹ ਜਦੋਂ ਸਾਡੇ ਮਨ ਦੇ ਵਿੱਚ ਸੰਸਾਰ ਵਸਿਆ ਰਹਿੰਦਾ ਹੈ ਨਾ, ਅਤੇ ਉਦੋਂ ਇਹ ਸੰਸਾਰ ਜਿਹੜੀ ਰੂਹ ਸਾਡੀ, ਜਿਹੜਾ ਮਨ ਸਾਡਾ ਹੈ ਉਹ ਖਾਲੀ ਨਹੀਂ ਹੁੰਦਾ, ਔਰ ਉਹਦੇ ਵਿੱਚ ਇਹ ਭਰਿਆ ਪਿਆ ਹੈ ਕੂੜਾ ਜਿਹੜਾ ਹੈ। ਜਿੰਨਾ ਚਿਰ ਅਸੀਂ ਕੱਢਾਂਗੇ ਨਹੀਂ ਇਸ ਨੂੰ, ਉਹਨਾਂ ਚਿਰ ਇਹ ਮਤਲਬ ਜਿਹੜਾ ਮਨ ਜਿਹੜਾ ਹੈ ਨਿਰਮਲ ਨਹੀਂ ਹੋਏਗਾ, ਔਰ ਉਹਨਾਂ ਚਿਰ ਪਰਮਾਤਮਾ ਦੀ ਭਗਤੀ ਸਾਡੇ ਅੰਦਰ ਨਹੀਂ ਸਮਾਏਗੀ, ਸਾਡੇ ਹਿਰਦੇ 'ਚ ਪਰਮਾਤਮਾ ਦਾ ਵਾਸਾ ਨਹੀਂ ਹੋਏਗਾ, ਸਾਡੇ ਹਿਰਦੇ 'ਚ ਪਰਮਾਤਮਾ ਦਾ ਨਾਮ ਨਹੀਂ ਆਏਗਾ, ਨਾਮ ਆਪਣੇ ਆਪ ਚੱਲਣਾ ਸ਼ੁਰੂ ਨਹੀਂ ਹੋਏਗਾ, ਜਪਾ ਜਪ ਨਹੀਂ ਬਣੇਗਾ, ਸਿਮਰਨ ਨਹੀਂ ਬਣੇਗਾ। ਤਾਂ ਕੀ ਕਰਨਾ ਹੈ? ਜਦੋਂ ਵੀ ਮੌਕਾ ਲੱਗੇ, ਜ਼ਿਆਦਾ ਤੋਂ ਜ਼ਿਆਦਾ ਸੁਰਤੀ ਜੋੜ ਕੇ ਗੁਰਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਰੱਟੇ ਨਹੀਂ ਲਾਉਣੇ। ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਦਾ ਵਿਚਾਰ ਸਮਝ, ਭਾਵ ਅਰਥ ਜਿਹੜਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਗੁਰਬਾਣੀ ਸਾਨੂੰ ਕੀ ਰਸਤੇ ਤੋਰ ਰਹੀ ਹੈ, ਗੁਰਬਾਣੀ ਸਾਨੂੰ ਕੀ ਮਾਰਗ ਦੇ ਰਹੀ ਹੈ, ਗੁਰਬਾਣੀ ਸਾਨੂੰ ਕੀ ਭੇਦ ਦੱਸ ਰਹੀ ਹੈ, ਪਰਮਾਤਮਾ ਕਿਵੇਂ ਮਿਲ ਸਕਦਾ, ਪਰਮਾਤਮਾ ਕੀ ਹੈ, ਪਰਮਾਤਮਾ ਕੌਣ ਹੈ, ਰੂਹ ਸਾਡੀ ਕੌਣ ਹੈ, ਅਸੀਂ ਕੌਣ ਹਾਂ। ਇਹ ਜਦੋਂ ਗਿਆਨ ਸਾਡੇ ਅੰਦਰ ਹਿਰਦੇ 'ਚ ਆ ਜਾਏਗਾ ਨਾ, ਸੰਸਾਰ ਦਾ ਖੇਲ ਪਤਾ ਲੱਗ ਜਾਏਗਾ ਤੁਹਾਨੂੰ। ਸੰਸਾਰ ਕੀ ਚੀਜ਼ ਹੈ, ਇਹ ਦੁਨੀਆ ਕਿਉਂ ਵਸੀ ਹੈ, ਕਿਵੇਂ ਵਸੀ ਹੈ, ਪਰਮਾਤਮਾ ਨੇ ਕਿਉਂ ਵਸਾਈ ਹੈ। ਇਸ ਤਰ੍ਹਾਂ ਦੇ ਨਾਲ ਤੁਹਾਡਾ ਜਦੋਂ ਮਤਲਬ ਇਸ ਤੁਹਾਡੇ ਹਿਰਦੇ ਦੇ ਵਿੱਚ, ਇਸ ਤਰ੍ਹਾਂ ਦੀ ਸੁਰਤੀ ਦੇ ਵਿੱਚ, ਤੁਹਾਡੇ ਹਿਰਦੇ ਦੇ ਵਿੱਚ ਇਹ ਗਿਆਨ ਦਾ ਵਾਸਾ ਹੋ ਜਾਏਗਾ, ਉਦੋਂ ਪਰਮਪਿਤਾ ਪਰਮਾਤਮਾ ਤੁਹਾਡੇ ਬਹੁਤ ਨੇੜੇ ਹੋ ਜਾਏਗਾ। ਤੁਹਾਡੇ ਪਰਮਾਤਮਾ ਅੰਗ ਸੰਗ ਹੀ ਹੈ, ਤੁਹਾਡੇ ਅੰਤਰ ਹਿਰਦੇ ਦੇ ਵਿੱਚ ਹੈ। ਅੰਤਰ ਹਿਰਦੇ 'ਚ ਜੇ ਤੁਸੀਂ ਉਸ ਨੂੰ ਨਹੀਂ ਮੰਨਦੇ, ਤੁਸੀਂ ਉਸ 'ਤੇ ਪ੍ਰੇਮ ਨਹੀਂ ਕਰਦੇ, ਤੁਸੀਂ ਉਹਨੂੰ ਪ੍ਰਤੀਤ ਨਹੀਂ ਕਰਦੇ, ਤੁਸੀਂ ਉਹਨੂੰ ਵਿਸਾਰ ਰੱਖਿਆ ਹੈ, ਮਾਇਆ ਨਾਲ ਪਿਆਰ ਕਰ ਰੱਖਿਆ, ਪਰਮਾਤਮਾ ਨੂੰ ਭੁਲਾ ਰੱਖਿਆ, ਫਿਰ ਉਹ ਪਰਮਾਤਮਾ ਕੀ ਕਰਦਾ ਕਿ ਸਾਡੇ ਹਿਰਦੇ 'ਚੋਂ ਨਿਕਲ ਕੇ ਸਾਡੇ 10ਵੇਂ ਦੁਆਰ ਦੇ ਵਿੱਚ, ਸੁਖਮਨ ਨਾੜ ਦੇ ਵਿੱਚ ਦਰਵਾਜ਼ਾ ਵਜਰ ਕਪਾਟ ਬੰਦ ਕਰਕੇ ਆਰਾਮ ਨਾਲ ਬਿਰਾਜਮਾਨ ਹੋ ਜਾਂਦਾ। ਔਰ ਅਸੀਂ ਜੋ ਆਪਦੀ ਮਰਜ਼ੀ ਦੇ ਖੇਲ ਖੇਲਦੇ ਹੋਏ ਜੋ ਕਰਮ ਕਰਦੇ ਹਾਂ ਉਹੀ ਭੋਗਦੇ ਹਾਂ। ਉਹੀ ਭੋਗਦੇ ਕੀ, ਅਸੀਂ ਪਾਪ ਕਰਮ ਹੀ ਕਰਦੇ ਹਾਂ। ਜਦ ਸੰਸਾਰ ਦੇ ਵਿੱਚ ਹਮੇਸ਼ਾ ਹੀ ਪਾਪ ਕਰਮ ਹੁੰਦਾ ਹੈ। ਧਰਮ ਤਾਂ ਉਦੋਂ ਹੁੰਦਾ ਜਦੋਂ ਅਸੀਂ ਸੰਸਾਰ ਨੂੰ ਛੱਡ ਦਿੰਦੇ ਹਾਂ, ਜਦੋਂ ਅਸੀਂ ਸੰਸਾਰ ਤੋਂ ਬਾਹਰ ਨਿਕਲ ਕੇ, ਸੰਸਾਰ ਨੂੰ ਤਿਆਗ ਕੇ, ਸੰਸਾਰ ਦੇ ਰੀਤੀ ਰਿਵਾਜ਼ਾਂ ਨੂੰ, ਸੰਸਾਰ ਦੇ ਕਰਮਾਂ ਨੂੰ ਤਿਆਗ ਕੇ ਅਸੀਂ ਜਦੋਂ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਾਂ, ਪਰਮਾਤਮਾ ਦੇ ਨਾਮ ਦੇ ਵਿੱਚ ਰਸਨਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਅਸੀਂ
परमात्मा के नाम ਨੂੰ ਆਪਣੇ ਹਿਰਦੇ 'ਚ ਵਸਾ ਕੇ ਉਸ ਦਾ ਜਪਾ ਜਪ ਸਿਮਰਨ ਜਿਹੜਾ ਹੈ ਸਾਡੇ ਅੰਦਰ ਚੱਲਣ ਲੱਗ ਜਾਂਦਾ, ਉਦੋਂ ਸਾਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਉਦੋਂ ਮਨ ਨਿਰਮਲ ਹੋ ਜਾਂਦਾ ਸਾਡਾ। ਅਤੇ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰਿਆ ਕਹਿਤ ਕਬੀਰ ਕਬੀਰ। ਇਹ ਅਵਸਥਾ ਸਾਡੀ ਬਣਨੀ ਚਾਹੀਦੀ ਹੈ, ਫਿਰ ਸਾਨੂੰ ਪਰਮਾਤਮਾ ਪ੍ਰਾਪਤ। ਲੋਕ ਕਹਿੰਦੇ ਪਰਮਾਤਮਾ ਦਿਸਦਾ ਨਹੀਂ, ਲੋਕ ਕਹਿੰਦੇ ਪਰਮਾਤਮਾ ਹੈ ਨਹੀਂ, ਲੋਕ ਕਹਿੰਦੇ ਪਰਮਾਤਮਾ ਕਿਹੜਾ ਹੈ, ਲੋਕ ਕਹਿੰਦੇ ਪਰਮਾਤਮਾ ਕਿੱਥੇ ਹੈ। ਪਰਮਾਤਮਾ ਤੁਹਾਡੇ ਅੰਦਰ ਹੀ ਹੈ, ਅੰਦਰ ਬੋਲ ਰਿਹਾ ਹੈ, ਬਸ ਤੁਹਾਨੂੰ ਪ੍ਰਗਟ ਕਰਨ ਦੀ ਲੋੜ ਹੈ। ਤੁਸੀਂ ਉਸ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਆਪ ਤੁਹਾਡੇ ਕਾਰਜ ਸਵਾਰਨੇ ਸ਼ੁਰੂ ਕਰ ਦੇਗਾ। ਫਿਰ ਤੁਹਾਨੂੰ ਨਹੀਂ ਲੋੜ ਪਏਗੀ ਕੰਮ ਕਰਨ ਦੀ, ਪਰਮਾਤਮਾ ਕੰਮ ਕਰੇਗਾ। ਤੁਹਾਡੇ ਕਾਰਜ ਪਰਮਾਤਮਾ ਸਵਾਰੇਗਾ, ਤੁਹਾਡੇ ਬੋਲਾਂ ਦੇ ਵਿੱਚ ਪਰਮਾਤਮਾ ਬੋਲੇਗਾ, ਤੁਹਾਡੇ ਸਰੀਰ ਦੇ ਵਿੱਚ ਪਰਮਾਤਮਾ ਕੰਮ ਕਰੇਗਾ, ਤੁਹਾਡੇ ਅੰਗਾਂ ਹੱਥਾਂ ਪੈਰਾਂ ਦੇ ਵਿੱਚ ਪਰਮਾਤਮਾ ਕਰਮ ਕਰੇਗਾ, ਸਤ ਕਰਮ ਕਰੇਗਾ। ਫਿਰ ਪਰਮਾਤਮਾ ਝੂਠ ਪਾਪ ਕਰਮ ਨਹੀਂ ਕਰੇਗਾ, ਠੱਗੀ ਠੋਰੀ ਧੋਖਾ ਨਿੰਦਿਆ ਨਹੀਂ ਕਰੇਗਾ। ਫਿਰ ਪਰਮਾਤਮਾ ਤੁਹਾਡੇ ਅੰਦਰ ਸੱਚ ਦਾ ਵਾਸਾ ਕਰਕੇ ਸੱਚ ਹੀ ਬੋਲੇਗਾ, ਸੱਚ ਹੀ ਬੁਲਾਵੇਗਾ, ਸੱਚ ਹੀ ਕਰਾਵੇਗਾ, ਔਰ ਸੱਚ ਦੇ ਵਿੱਚ ਮਿਲਣ ਹੋਵੇਗਾ ਤੁਹਾਡਾ ਫਿਰ ਬਾਅਦ ਦੇ ਵਿੱਚ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਹੈ, ਜਰਾ ਇਸ ਵਿਚਾਰ ਨੂੰ ਸਮਝਦੇ ਹੋਏ ਆਪਣੇ ਜੀਵਨ ਨੂੰ ਚਲਾਉਣ ਦੀ ਕੋਸ਼ਿਸ਼ ਕਰੋ, ਔਰ ਜੀਵਨ ਇਸ ਤਰ੍ਹਾਂ ਨਾਲ ਚੱਲਣਾ ਸ਼ੁਰੂ ਹੋ ਜਾਵੇ। ਗੱਡੀ ਲੀਹ 'ਤੇ ਆ ਜਾਏਗੀ। ਪਰਮਾਤਮਾ ਤਾਂ ਸਾਨੂੰ ਉਡੀਕਦਾ ਹੀ ਹੈ ਕਿ ਕੋਈ ਗੁਰਮੁਖ ਪਿਆਰਾ ਜਿਹੜਾ ਮੇਰੇ ਸ਼ਰਨ ਦੇ ਵਿੱਚ ਆਵੇ, ਮੇਰੇ ਨਾਲ ਪਿਆਰ ਕਰਦਾ, ਮੈਨੂੰ ਮਿਲਣ ਦੀ ਕੋਸ਼ਿਸ਼ ਕਰਦਾ, ਮੈਂ ਉਸ ਨੂੰ ਗਲਵੱਕੜੀ ਰਹਿ ਕੇ ਆਪਣੀ ਬੁੱਕਲ ਦੇ ਵਿੱਚ ਲੈ ਲਵਾਂ, ਉਸ ਨੂੰ ਪਿਆਰ ਕਰਾਂ, ਉਸ ਦਾ ਸਤਿਕਾਰ ਕਰਾਂ, ਮੈਂ ਉਸ ਨੂੰ ਆਪਣੇ ਆਸਣ 'ਤੇ ਬਿਠਾ ਕੇ ਆਪਣੀ ਜੋਤ ਦੇ ਵਿੱਚ ਭੇਦ ਕਰ ਲਵਾਂ। ਇਹ ਪਰਮਾਤਮਾ ਦੀ ਇੱਛਾ ਹੈ। ਤੋ ਸਾਧ ਸੰਗਤ ਜੀ, ਇਹਨਾਂ ਵਿਚਾਰਾਂ ਨੂੰ ਸਰਵਣ ਕਰੋ ਔਰ ਧਿਆਨ ਕਰੋ। ਪਰਮਾਤਮਾ ਨਾਲ ਸੁਰਤੀ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਕੰਠ ਦੇ ਵਿੱਚ ਗੁਰਬਾਣੀ ਵਸਾਓ, ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਾਓ। ਇਹ ਫਿਰ ਤੁਹਾਡਾ ਭਲਾ ਹੋ ਜਾਵੇਗਾ। ਵਾਹਿਗੁਰੂ 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 ਸਾਡਾ ਜਿਹੜਾ ਹੈ ਅਜਪਾ ਜਪ ਹੀ 24 ਘੰਟੇ ਦਿਨ ਰਾਤ ਸਿਮਰਨ ਚੱਲਦਾ ਹੀ ਰਹਿਣਾ ਚਾਹੀਦਾ ਹੈ। ਸਿਮਰਨ ਅਜਪਾ ਜਪ ਹੋਣਾ ਚਾਹੀਦਾ ਹੈ, ਅਤੇ ਫਿਰ ਆਪਣੇ ਆਪ ਹੀ ਕਾਰਜ ਸਫਰਦੇ ਆ ਸਾਡੇ, ਆਪਣੇ ਆਪ ਹੀ। ਤੁਸੀਂ ਕਹਿੰਦੇ ਹੋ ਪਰਮਾਤਮਾ ਮਿਲਦਾ ਨਹੀਂ, ਅਤੇ ਪਰਮਾਤਮਾ ਤੁਹਾਨੂੰ ਲੱਭੇਗਾ। ਫਿਰ ਪਰਮਾਤਮਾ ਤੁਹਾਨੂੰ ਲੱਭਦਾ ਫਿਰਦਾ। ਫਿਰ ਤੁਸੀਂ ਕਹੋਗੇ ਵੀ ਪਰਮਾਤਮਾ ਕਹੇਗਾ ਮੇਰਾ ਭਗਤ ਕਿੱਥੇ ਹੈ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰਿਆ ਕਹਿਤ ਕਬੀਰ ਕਬੀਰ। ਕਬੀਰ ਵਾਂਗੂ ਪਰਮਾਤਮਾ ਤੁਹਾਨੂੰ ਵੀ ਲੱਭੇਗਾ। ਤੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਦਾ ਨਹੀਂ ਕੀਤਾ ਮੈਂ, ਵੈਸੇ ਕਰ ਲਓ ਵੱਖਰੀ ਗੱਲ ਹੈ, ਵੈਸੇ ਨਿਤਨੇਮ ਵੀ ਕਰਦਾ ਮੈਂ 5 ਬਾਣੀਆਂ। ਨਿਤਨੇਮ ਤਾਂ 5 ਬਾਣੀਆਂ ਦੇ ਕਰ 1 ਘੰਟੇ 'ਚ ਹੋ ਜਾਂਦਾ। 1 ਘੰਟੇ 'ਚ ਹੋ ਜਾਂਦਾ 5 ਬਾਣੀਆਂ। ਘੰਟੇ 'ਚ ਹੋ ਜਾਂਦਾ, ਸਵਾ ਘੰਟੇ 'ਚ ਹੋ ਜਾਂਦਾ। ਤੁਸੀਂ ਕਿੰਨੇ ਵਜੇ ਉੱਠ ਖਲੋਂਦੇ ਹੁੰਦੇ ਸਵੇਰੇ? ਕਿੰਨੇ ਵਜੇ ਕਰਦੇ ਹੁੰਦੇ ਨਿਤਨੇਮ? ਕਿੰਨੇ ਵਾਰੀ ਰੋਜ਼ ਦਾ ਹੀ ਕਰੀਦਾ ਹੈ। ਨਹੀਂ ਬਈ ਸਵੇਰੇ ਕਿੰਨੇ ਕੁ ਵਜੇ ਜਦੋਂ ਮਰਜ਼ੀ ਜੇ ਕੋਈ ਬੰਦਿਸ਼ ਨਹੀਂ ਹੈ, ਜਦੋਂ ਟਾਈਮ ਲੱਗੇ ਤੁਹਾਨੂੰ ਕਰ ਲਓ, ਕੋਈ ਦਿੱਕਤ ਨਹੀਂ ਹੈ। ਕੋਈ ਵਜੇ ਬੁਝੇ ਦੀ ਬੰਦਾ ਚੱਕਰ 'ਚ ਨਾ ਪਿਆ ਕਰੋ। ਬੰਦਾ ਗੁਰਬਾਣੀ ਜਦੋਂ ਮਰਜ਼ੀ ਪੜ੍ਹ ਲਓ, ਜਦੋਂ ਤੁਹਾਡੇ ਕੋਲ ਟਾਈਮ ਮਿਲੇ ਉਦੋਂ ਹੀ ਪੜ੍ਹ ਲਓ ਬਸ। ਨਿਤਨੇਮ ਜਿਹੜੇ ਬੰਦੇ 100 ਨਿਤਨੇਮ ਕਰਦੇ ਆ, ਉਹਨਾਂ ਦਾ ਕੋਈ ਟਾਈਮ ਹੈ। ਉਹ 2 ਵਜੇ ਵੀ ਕਰਦੇ ਆ, ਉਹ 5 ਵਜੇ ਵੀ ਕਰਦੇ ਆ, ਉਹ 3 ਵਜੇ ਵੀ ਕਰਦੇ ਆ, 1 ਵਜੇ ਵੀ ਕਰਦੇ ਆ, 100 ਪਾਠ ਕਰਦੇ ਆ ਰੋਜ਼ ਦਾ। ਜਿਹੜੇ 25 ਪਾਠ ਕਰਦੇ ਆ, ਉਹ ਕੋਈ ਸਵੇਰੇ 6 ਵਜੇ ਥੋੜ੍ਹੀ ਵੇਖਦੇ ਆ ਵੀ 6 ਵਜੇ ਆ, ਉਹ ਤਾਂ 12 ਵਜੇ ਵੀ ਕਰਦੇ। ਔਖਾ ਬਹੁਤ ਆ। ਹਾਂ ਬਸ ਔਖਾ ਕਾਹਦੇ ਨਾਲ ਹੈ? ਔਖਾ ਕੁਛ ਨਹੀਂ। ਔਖਾ ਤਾਂ ਉਹਨੂੰ ਲੱਗਦਾ ਜਿਹੜਾ ਬੰਦਾ ਸੁਰਤੀ ਨਹੀਂ ਜੁੜੀ ਜਿਹਦੀ। ਨਹੀਂ ਹੁਣ ਜਿੱਦਾਂ ਜ਼ਿਆਦਾ ਕਰਦੇ ਆ, 10-10 ਘੰਟੇ ਕਰਦੇ ਆ, ਤੇ ਉਹਨਾਂ ਦੇ ਜਿਹੜੇ ਉਹ ਬਹਿਣ ਦੇ ਵਿੱਚ ਦਿੱਕਤ ਨਹੀਂ ਹੁੰਦੀ, ਆਪੋ ਆਪਣਾ ਹਿਸਾਬ ਬਣ ਜਾਂਦਾ ਹੈ ਨਾ। ਉਹਨਾਂ ਨੇ ਕੰਮ ਹੀ ਉਹੀ ਕਰਨਾ ਹੁੰਦਾ ਹੈ। ਉਹਨਾਂ ਕੰਮ ਉਹੀ ਕਰਨਾ ਹੁੰਦਾ। ਉਹ ਤਾਂ ਫਿਰ ਮੰਜੇ ਤੇ ਬਹਿ ਜਾਣ ਤਾਂ ਕਿ ਥੱਲੇ ਬਹਿ ਜਾਣ ਤਾਂ ਕਿ ਕੋਈ ਮਤਲਬ ਨਹੀਂ ਹੈ, ਕੋਈ ਮਤਲਬ ਨਹੀਂ ਹੈ। ਭਾਵੇਂ ਤੁਸੀਂ ਤੁਰ ਕੇ ਪਾਠ ਕਰ ਲਓ, ਭਾਵੇਂ ਬੈਠ ਕੇ ਪਾਠ ਕਰ ਲਓ। ਜੇ ਤੁਹਾਡਾ ਸਰੀਰ ਵੀ ਨਹੀਂ ਕੰਮ ਕਰਦਾ, ਤੁਸੀਂ ਲੇਟ ਵੀ ਸਕਦੇ ਹੋ। ਸਰੀਰ ਨਹੀਂ ਕੰਮ ਕਰਦਾ, ਤੁਹਾਡਾ ਸਰੀਰ ਨਹੀਂ ਕੰਮ ਕਰ ਰਿਹਾ, ਤੁਹਾਡੀ ਸ਼ਰਧਾ ਨਹੀਂ ਹੈ, ਤੁਸੀਂ ਬੈਠ ਨਹੀਂ ਸਕਦੇ, ਤੁਸੀਂ ਤੁਰ ਨਹੀਂ ਸਕਦੇ, ਤੁਸੀਂ ਬਿਮਾਰੀ ਹੈ ਤੁਹਾਨੂੰ, ਤੁਸੀਂ ਪਏ ਪਏ ਲੇਟੇ ਪਾਠ ਕਰ ਸਕਦੇ ਹੋ। ਜੇ ਕਰ ਵੀ ਨਹੀਂ ਸਕਦੇ ਤਾਂ ਸੁਣ ਸਕਦੇ ਹੋ। ਸੁਣ ਸਕ ਲਓ। ਹਾਂ, ਇੱਕ ਧਿਆਨ ਰੱਖੋ ਕਿ ਮਨ ਨੂੰ ਚਾਹੇ ਕਿਸੇ ਵੀ ਅਵਸਥਾ ਦੇ ਵਿੱਚ ਹੋ, ਸੁਰਤੀ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜੀ ਰੱਖੋ। ਬਸ ਇਹ ਨਹੀਂ ਦੇ ਵਿੱਚ ਭੱਜੇ ਫਿਰੋ ਤੇ ਤੁਸੀਂ ਨਾਲੇ ਪਾਠ ਅਸੀਂ ਕਹੋਗੇ ਪਾਠ ਕਰਦੇ ਤੇ ਮਨ ਤੁਹਾਡਾ ਸੰਸਾਰ 'ਚ ਭੱਜਿਆ ਕਰਦਾ ਹੋਵੇ। ਐਸਾ ਨਹੀਂ ਕਰਨਾ। ਚਾਹੇ ਕਿਵੇਂ ਵੀ ਕਰ ਲਓ, ਖੋਟੇ ਹੋ ਕੇ ਕਰ ਲਓ, ਸਿੱਧੇ ਹੋ ਕੇ ਕਰ ਲਓ, ਖੜੇ ਹੋ ਕੇ ਕਰ ਲਓ, ਬੈਠ ਕੇ ਕਰ ਲਓ, ਜਿਵੇਂ ਤੁਹਾਡੇ ਤੋਂ ਹੁੰਦਾ ਹੈ। ਗੁਰੂ ਦਾ
ਸੁਰਤੀ ਜਿਹੜੀ ਹੈ ਸਾਡੀ ਉਹ ਗੁਰੂ ਦੇ ਚਰਨਾਂ 'ਚ ਰਹਿਣੀ ਚਾਹੀਦੀ ਹੈ, ਗੁਰੂ ਦਾ ਧਿਆਨ ਰਹਿਣਾ ਚਾਹੀਦਾ। ਹੁਣ ਜਿੱਦਾਂ ਗੁਰਦੁਆਰੇ ਵੀ ਕਈ ਵਾਰੀ ਰੋਜ਼ ਆਪਣੇ ਤੋਂ ਨਹੀਂ ਜਾਇਆ ਜਾਂਦਾ, ਘਰੇ ਕਈ ਵਾਰੀ ਕੋਈ ਕੰਮ ਹੁੰਦਾ ਹੈ। ਜੇ ਤੁਹਾਡੇ ਕੋਲੇ ਸਮਾਂ ਹੈ, ਜਿੰਨੇ ਕਦਮ ਚੱਲ ਕੇ ਜਾਓਗੇ ਫਾਇਦਾ ਹੈ। ਅਗਰ ਨਹੀਂ ਚੱਲ ਕੇ ਜਾ ਸਕਦੇ ਨਾ ਗੁਰੂ ਦੇ ਚਰਨਾਂ ਤੇ ਗੁਰੂ ਤੁਹਾਡੇ ਘਰੇ ਬੈਠਿਆ ਵੀ ਤੁਹਾਡੇ ਕੋਲੇ ਹਾਜ਼ਰ ਹੈ। ਘਰੇ ਬੈਠੇ ਤੁਸੀਂ ਸੇਵਾ ਕਰੋ, ਸਿਮਰਨ ਕਰੋ ਔਰ ਸ਼ਰਧਾ ਭਾਵਨਾ ਦੇ ਨਾਲ ਪਿਆਰ ਕਰੋ ਗੁਰੂ ਦੇ ਨਾਲ, ਗੁਰੂ ਸਾਡੇ ਗੁਰੂ ਸਾਹਿਬਾਨ ਨਾਲ, ਪਰਮਾਤਮਾ ਨਾਲ। ਔਰ ਫਿਰ ਪਰਮਾਤਮਾ ਦੀ ਕਿਰਪਾ ਐਸੀ ਹੋਏਗੀ ਤੁਹਾਨੂੰ ਘਰੇ ਬੈਠਣਾ ਪਰਮਾਤਮਾ ਦੇ ਦਰਸ਼ਨ ਪੱਖਾ ਬੰਦ ਕਰ। ਹਾਂ, ਗੁਰੂ ਮਹਾਰਾਜ ਤਾਂ ਖੈਰ ਨਾਲ ਹੀ ਹੁੰਦੇ ਆ। ਗੁਰੂ ਤਾਂ ਸਭ ਦੇ ਨਾਲ। ਇਹ ਅਸੀਂ ਭੁੱਲੇ ਹੋਏ ਆ, ਸਾਨੂੰ ਹੀ ਭਰਮ ਲੱਗਿਆ, ਸਾਨੂੰ ਪਛਾਣ ਨਹੀਂ ਆ ਵੀ ਸਾਡੇ ਨਾਲ ਹੈ ਕਿ ਨਹੀਂ ਹੈ। ਅਸੀਂ ਆ ਮਾਇਆ ਦੇ ਚੱਕਰਾਂ 'ਚ ਫਸੇ ਹੋਏ ਆ, ਸਾਨੂੰ ਮਾਇਆ ਦੀ ਪਛਾਣ ਹੈ, ਸਾਨੂੰ ਗੁਰੂ ਦੀ ਪਛਾਣ ਹੀ ਨਹੀਂ ਹੈ। ਗੁਰੂ ਸਾਡੇ ਨਾਲ ਹੀ, ਗੁਰੂ ਸਾਨੂੰ ਛੱਡ ਕੇ ਜੇ ਹਿਰਦੇ 'ਚ ਨਹੀਂ ਹੈ ਤਾਂ ਗੁਰੂ ਸਾਡੇ ਛੱਡ ਕੇ 10ਵੇਂ ਦੁਆਰ ਦੇ ਵਿੱਚ ਚਲਾ ਜਾਂਦਾ ਹੈ। ਬਜਰ ਕਪਾਟ ਬੰਦ ਕਰਕੇ ਉੱਥੇ ਸੋਮਨ ਨਾੜ ਦੇ ਵਿੱਚ ਆਪਦਾ ਵਿਰਾਜਮਾਨ ਹੋ ਜਾਂਦਾ ਹੈ। ਤੁਸੀਂ ਆਪਦਾ ਜੋ ਮਰਜ਼ੀ ਕਰਦੇ ਰਹੋ, ਤੁਹਾਡੇ ਕੋਲ ਪਰਮਾਤਮਾ ਦੀ ਪ੍ਰਤੀਤ ਹੀ ਨਹੀਂ ਹੈ, ਤੁਹਾਨੂੰ ਪਰਮਾਤਮਾ ਦਾ ਵਿਸ਼ਵਾਸ ਨਹੀਂ ਹੈ, ਤੁਹਾਨੂੰ ਪਰਮਾਤਮਾ ਦਾ ਪਿਆਰ ਹੀ ਨਹੀਂ ਹੈ, ਤੇ ਫਿਰ ਪਰਮਾਤਮਾ ਤੁਹਾਨੂੰ ਛੱਡ ਕੇ ਆਪਣੇ ਆਸਨ ਦੇ ਜਾਸਨ ਤੇ ਚਲਾ ਜਾਂਦਾ ਔਰ ਤੁਸੀਂ ਆਪਦਾ ਖੇਲਦੇ ਰਹੋ, ਜੋ ਮਰਜ਼ੀ ਕਰਦੇ ਰਹੋ। ਪਰਮਾਤਮਾ ਦਾ ਨਾਲ ਹੀ ਹੁੰਦਾ ਹੈ। ਪਰਮਾਤਮਾ ਸਭ ਦੇ ਵਿੱਚ ਵਿਰਾਜਮਾਨ ਹੈ। ਪਰਮਾਤਮਾ ਨਾਲ ਰੱਖੀ ਮਤਲਬ ਦੂਰ ਨਹੀਂ ਹੈ, ਉਹ ਕਿਸੇ ਤੋਂ ਵੀ ਦੂਰ ਨਹੀਂ ਹੈ, ਉਹ ਸੰਸਾਰ ਦੇ ਵਿੱਚ ਹੀ ਹੈ। ਹਰ ਪੇੜ ਪੌਦੇ ਦੇ ਵਿੱਚ, ਹਰ ਪਸ਼ੂ ਪਕਸ਼ੀ ਦੇ ਵਿੱਚ, ਹਰ ਕੀੜੇ ਮਕੌੜੇ ਦੇ ਵਿੱਚ, ਹਰ ਬੰਦੇ ਦੇ ਵਿੱਚ, ਹਰ ਜਾਨਵਰ ਦੇ ਵਿੱਚ ਕੋਈ ਵੀ ਹੈ, ਚਾਹੇ ਚੰਦ ਸੂਰਜ ਦੇ ਵਿੱਚ ਵੀ, ਇੱਥੋਂ ਤੱਕ ਕਰਕੇ ਧਰਤੀ ਦੇ ਵਿੱਚ ਵੀ, ਇੱਥੋਂ ਤੱਕ ਕਰਕੇ ਜਲ ਦੇ ਵਿੱਚ ਵੀ, ਪਾਣੀ ਦੇ ਵਿੱਚ ਵੀ, ਆਕਾਸ਼ ਦੇ ਵਿੱਚ ਵੀ, ਸਾਰੇ ਜਗ੍ਹਾ ਦੇ ਵਿੱਚ ਵੀ ਪਰਮਾਤਮਾ ਹੀ ਵਿਰਾਜਮਾਨ ਹੈ। ਬਸ ਸਾਡੀ ਅੱਖ ਨਹੀਂ ਹੈ, ਸਾਨੂੰ ਅਸਾਂ ਦਿਖਦਾ ਨਹੀਂ, ਸਾਨੂੰ ਮਾਇਆ ਦਿਖਦੀ ਹੈ, ਸਾਨੂੰ ਪੈਸੇ ਦਿਖਦੇ ਹੈ, ਸਾਨੂੰ ਪੁੱਤਰ ਦਿਖਦੇ, ਸਾਨੂੰ ਧੀਆਂ ਦਿਖਦੀਆਂ, ਸਾਨੂੰ ਐਸ਼ ਆਰਾਮ ਦਿਖਦਾ, ਸਾਨੂੰ ਅਸੀਂ ਨਾਲੇ ਉੱਥੇ ਛਿੱਤਰ ਖਾਈ ਜਾਂਦੇ ਹਾਂ, ਨਾਲੇ ਵਾਰ-ਵਾਰ ਖਾਈ ਜਾਂਦੇ ਹਾਂ, ਨਾਲੇ ਲੁੱਟੀ ਜਾਂਦੇ ਹਾਂ, ਨਾਲੇ ਚਗਲੀ ਜਾਂਦੇ ਹਾਂ, ਨਾਲੇ ਖਾਈ ਜਾਂਦੇ ਹਾਂ। ਉੱਥੇ ਸੰਸਾਰ ਦੇ ਵਿੱਚ ਉੱਥੇ ਦੇ ਉੱਥੇ ਬੈਠੇ ਅਸੀਂ ਛਿੱਤਰ ਪੋਲਾ ਕਰੀ ਜਾਂਦੇ ਹਾਂ। ਪਰਮਾਤਮਾ ਦੀ ਸ਼ਰਨ ਨਹੀਂ ਜਾਂਦੇ, ਕੋਈ ਸੰਸਾਰ 'ਚੋਂ ਅਸੀਂ ਬਾਹਰ ਨਹੀਂ ਨਿਕਲ ਸਕਦੇ। ਸਾਡੀ ਇਹ ਬਿਰਤੀ ਬਣੀ ਹੋਈ, ਅਸੀਂ ਸੁਰਤੀ ਬਣਾਈਏ ਪਰਮਾਤਮਾ ਦੇ ਚਰਨਾਂ 'ਚ ਜੁੜਨ ਵਾਲੀ, ਤਾਂ ਫਿਰ ਇਹ ਬਿਰਤੀ ਟੁੱਟੇ। ਬਿਰਤੀ ਕਿਵੇਂ ਟੁੱਟੇ? ਮਨ ਤਾਂ ਸਾਡਾ ਇਹਨਾਂ ਚੱਕਰਾਂ 'ਚ ਫਸਿਆ ਹੋਇਆ। ਮਨ 'ਚੋਂ ਜੇ ਸੰਸਾਰ ਦੇ ਖੇਲ ਨਿਕਲਣ ਤੇ ਤਾਂ ਹੀ ਪਰਮਾਤਮਾ ਦੀ ਪ੍ਰਾਪਤੀ ਹੋਵੇ ਨਾ। ਵਾਹਿਗੁਰੂ ਅੱਜ ਕੱਲ ਹਨੂੰਮਾਨਗੜ੍ਹੀਆਂ ਵਾਹਿਗੁਰੂ ਭਲਾ ਕਰੇ, ਵਾਹਿਗੁਰੂ ਭਲਾ ਕਰੇ। ਬਸ ਹਨੂੰਮਾਨਗੜ੍ਹ ਹਾਂ ਹਾਲੇ ਰਹੋਗੇ ਕਈ ਦਿਨ ਹਨੂੰਮਾਨਗੜ੍ਹ। ਦੇਖੋ ਵਾਹਿਗੁਰੂ ਦਾ ਕੀ ਹੁਕਮ ਹੈ, ਕੋਈ ਪਤਾ